ਪੰਜਾਬ ਤੋਂ ਕੈਨੇਡਾ ਗਏ ਕੀਰਤਨ ਕਰਨ ਦੋ ਕੀਰਤਨੀਏ ਫਰਾਰ ਹੁੰਦੇ ਨੇ, ਲਾਪਤਾ ਨੇ, ਜਾਂ ਉਹਨਾਂ ਨੂੰ ਇਹ ਕਹਿ ਲਈਏ ਕਿ ਉੱਥੋਂ ਚਕਮਾ ਦੇ ਕੇ ਗੁਰਦੁਆਰੇ ਦੀ ਕਮੇਟੀ ਨੂੰ ਵੀ ਇਹ ਤਾਂ ਕਹਿ ਕੇ ਚਲੇ ਗਏ ਕਿ ਅਸੀਂ ਇੰਡੀਆ ਵਾਪਸ ਚੱਲੇ ਹਾਂ, ਕਿਉਂਕਿ ਵਿਜ਼ਟਰ ਵੀਜ਼ਾ ਸੀ, ਜਿਹੜਾ ਰਿਲੀਜੀਅਸ ਵੀਜ਼ਾ ਸੀ, ਉਹ ਖਤਮ ਹੋ ਚੁੱਕਾ ਸੀ 1 ਜੁਲਾਈ 2023 ਨੂੰ। ਉੱਥੋਂ ਦੀ ਜਿਹੜੀ ਕਮੇਟੀ ਹੈ, ਉਹਨਾਂ ਦੇ ਖਜ਼ਾਨਚੀ ਹਰਬੀਰ ਸਿੰਘ, ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ, ਉਹਨਾਂ ਨੇ ਪੂਰੀ ਕਹਾਣੀ ਦੱਸੀ ਹੈ ਕਿ ਇਹਨਾਂ ਨੂੰ ਕਿੰਨੀ ਵਾਰੀ ਅਸੀਂ ਬੁਲਾਇਆ ਔਰ ਇਹਨਾਂ ਦਾ ਵੀਜ਼ਾ ਐਕਸਟੈਂਡ ਕਰਵਾ ਕੇ ਵੀ ਦਿੱਤਾ ਇਹਨਾਂ ਦੇ ਕਹਿਣ ਦੇ ਉੱਤੇ, ਪਰ ਉਸ ਤੋਂ ਬਾਅਦ ਜਦੋਂ ਵੀਜ਼ਾ ਖਤਮ ਹੋਇਆ ਸਾਨੂੰ ਕਹਿ ਕੇ ਉੱਥੋਂ ਚਲੇ ਗਏ ਏਅਰਪੋਰਟ ਨੂੰ ਕਿ ਅਸੀਂ ਇੰਡੀਆ ਵਾਪਸ ਪਰ ਚੱਲੇ ਹਾਂ। 3 ਗਏ ਸੀ ਜਥੇ ਦੇ ਵਿੱਚ, ਤਬਲਾ ਜੋ ਵਾਦਕ ਸੀ ਉਹ ਤਾਂ ਵਾਪਸ ਚਲਾ ਗਿਆ, ਪਰ ਜਰਨੈਲ ਸਿੰਘ ਤੇ ਜਸਕਰਨ ਸਿੰਘ ਅਟਵਾਲ, ਜਿਨ੍ਹਾਂ ਦਾ ਸੰਬੰਧ ਜ਼ਿਲ੍ਹਾ ਮੋਗੇ ਦੇ ਨਾਲ ਹੈ, ਉਹ ਉੱਥੋਂ ਵਾਪਸ ਨਹੀਂ ਪਰਤੇ। 1 ਜੁਲਾਈ 2023 ਤੋਂ ਵਾਪਸ ਆਉਣਾ ਸੀ ਪਰ ਨਹੀਂ ਆਏ। ਅਗਸਤ ਮਹੀਨੇ ਦਾ ਵੀ ਅੱਧ ਤੋਂ ਵੱਧ ਬੀਤ ਗਿਆ ਪਰ ਹਾਲੇ ਤੱਕ ਉਹ ਵਾਪਸ ਨਹੀਂ ਪਰਤੇ। ਤਾਂ ਹਰਬੀਰ ਸਿੰਘ ਜਿਹੜੇ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ ਐਡਮਿੰਟਨ ਐਲਬਰਟਾ ਦੇ ਖਜ਼ਾਨਚੀ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਉਹਨਾਂ ਨੇ ਸਾਰੀ ਕਹਾਣੀ ਦੱਸ ਦਿੱਤੀ ਹੈ ਕਿ ਇਹਨਾਂ ਨੂੰ ਕਦੋਂ ਬੁਲਾਇਆ ਗਿਆ ਔਰ 10 ਸਾਲ ਪਹਿਲਾਂ ਵੀ ਇਸ ਤਰ੍ਹਾਂ ਇੱਕ ਵਾਰੀ ਹੋ ਗਿਆ ਸੀ ਤੇ ਹੁਣ ਫਿਰ ਇਸ ਤਰ੍ਹਾਂ ਹੋਇਆ, ਤੇ ਉਹਨਾਂ ਨੂੰ ਫਿਰ ਮੁਸ਼ਕਲਾਂ ਦਾ ਸਾਹਮਣਾ ਕੀ ਕਰਨਾ ਪੈਂਦਾ ਗੁਰਦੁਆਰਾ ਕਮੇਟੀ ਨੂੰ, ਕਿਉਂਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਲਈ ਗੁਰੂ ਘਰ ਸਹਾਰਾ ਬਣਦੇ ਨੇ, ਲਗਾਤਾਰ ਸੇਵਾ ਚੱਲਦੀ ਹੈ, ਉਹ ਕਾਫੀ ਲੰਮੇ ਸਮੇਂ ਤੋਂ ਉੱਥੇ ਸੇਵਾ ਕਰ ਰਹੇ ਨੇ। ਤੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਕਿ ਜਿਹੜੇ ਜਰਨੈਲ ਸਿੰਘ ਤੇ ਜਸਕਰਨ ਸਿੰਘ ਕੀਰਤਨੀਏ ਸੀ, ਉੱਥੋਂ ਝੂਠ ਬੋਲ ਕੇ ਫਰਾਰ ਹੋਏ ਨੇ, ਤਾਂ ਫਿਰ ਉਸ ਤੋਂ ਬਾਅਦ ਜਿਹੜਾ ਏਜੰਸੀਆਂ ਨੂੰ ਲਿਖਣਾ ਵੀ ਪਿਆ ਕਿ ਇਹਨਾਂ ਨੂੰ ਰਿਪੋਰਟ ਕਰਕੇ ਇੰਡੀਆ ਭੇਜ ਦਿਓ। ਉਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤੁਸੀਂ ਵੀ ਸੁਣੋ ਕਿ ਅਸਲ ਦੇ ਵਿੱਚ ਪੂਰਾ ਮਸਲਾ ਕੀ ਹੈ, ਸ਼ੁਰੂਆਤ ਕਿੱਥੋਂ ਹੋਈ ਤੇ ਕਿੱਥੇ ਗੱਲ ਪੁੱਜੀ ਹੈ। ਇਸ ਵਕਤ ਸਾਡੇ ਨਾਲ ਹਰਬੀਰ ਸਿੰਘ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਦੇ ਹਾਂ, ਗੁਰੂ ਘਰ ਸੇਵਾ ਕਰਦੇ ਨੇ ਕਾਫੀ ਲੰਮੇ ਸਮੇਂ ਤੋਂ। ਹਰਬੀਰ ਸਿੰਘ ਜੀ, ਸਭ ਤੋਂ ਪਹਿਲਾਂ ਮੁੱਢਲੀ ਜਾਣਕਾਰੀ ਇਹੀ ਸਾਂਝੀ ਕਰੋ, ਜੇ ਮਸਲਾ ਉੱਠਿਆ ਹੋਇਆ ਹੈ ਕਿ 2 ਕੀਰਤਨੀ ਹੈ ਜਿਹੜੇ, ਜਿਨ੍ਹਾਂ ਦੇ ਤੁਸੀਂ ਵੀ ਰਿਪੋਰਟ ਕਰਨ ਦੇ ਲਈ ਇੱਕ ਤੁਹਾਨੂੰ ਪੱਤਰ ਲਿਖਣਾ ਪਿਆ, ਅਸਲ ਦੇ ਵਿੱਚ ਜੜ ਕੀ ਹੈ ਮਸਲੇ ਦੀ? ਹਾਂਜੀ, ਸਭ ਤੋਂ ਪਹਿਲਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਸੰਪਰਕ ਕਰਨ ਦਾ। ਇਸ ਤਰ੍ਹਾਂ ਆ ਕਿ ਗੁਰਦੁਆਰੇ ਅਸੀਂ ਹਰ ਕੀਰਤਨੀਆਂ ਨੂੰ 6 ਮੰਥ ਦਾ ਵੀਜ਼ਾ ਦਵਾਉਂਦੇ ਆ ਜੀ। ਇਹ 6 ਮੰਥ ਦਾ ਵਿਜ਼ਟਰ ਵੀਜ਼ਾ ਹੀ ਹੁੰਦਾ ਆ ਜੀ, ਤੇ ਸਾਡਾ ਇਮੀਗ੍ਰੇਸ਼ਨ ਦੇ ਨਾਲ ਕੰਟਰੈਕਟ ਹੁੰਦਾ ਕਿ ਅਸੀਂ 6 ਮੰਥ ਵਾਸਤੇ ਕੀਰਤਨੀਆਂ ਜੈਸੇ ਬੁਲਾਵਾਂਗੇ, ਤੇ ਉਸ ਤੋਂ ਬਾਅਦ ਇਹ ਵਾਪਸ 6 ਮੰਥ ਜਦੋਂ ਇਹਨਾਂ ਦਾ ਵੀਜ਼ਾ ਐਕਸਪਾਇਰ ਹੋਣ ਵਾਲਾ ਹੁੰਦਾ, 1 ਵੀਕ ਪਹਿਲੇ ਇਹਨਾਂ ਨੂੰ ਜਾਣਾ ਹੁੰਦਾ ਵਾਪਸ ਜੀ ਜੀ। ਸੋ ਇਹ ਉਹਨਾਂ ਹੀ ਸਟੇ ਕਰ ਸਕਦੇ ਜਿੰਨਾ ਟਾਈਮ ਇਹਨਾਂ ਨੂੰ ਦਿੱਤਾ ਜਾਂਦਾ ਹੈਗਾ। ਸੋ ਇਹ ਜਥਾ ਤਕਰੀਬਨ 3rd ਟਾਈਮ ਆ ਚੁੱਕਾ ਆ ਜੀ। 2017 ਵਿੱਚ ਵੀ ਆਇਆ ਸੀ, ਉਸ ਤੋਂ ਬਾਅਦ ਸਾਲ ਬਾਅਦ ਫਿਰ ਇਹਨਾਂ ਨੂੰ ਬੁਲਾਇਆ ਗਿਆ ਜੀ। ਸੋ ਹੁਣ ਇਸ ਵਾਰੀ ਚੀਜ਼ ਉਹਨੂੰ ਸਾਡੇ ਕੋਲੋਂ ਚਲੇ ਗਏ ਜੀ, ਇਹਨਾਂ ਦੀ ਫਲਾਈਟ ਕੋਵਰ ਤੋਂ ਸੀ। ਉਸ ਤੋਂ ਬਾਅਦ ਫਿਰ ਇਹ ਸਾਨੂੰ ਪਤਾ ਲੱਗਾ ਵੀ ਇਹ ਇੰਡੀਆ ਨਹੀਂ ਗਏ ਹੈਗੇ ਜੀ। ਇੱਕ ਇਹਨਾਂ ਦਾ ਇੰਡੀਆ ਚਲੇ ਗਿਆ, 2 ਜਣੇ ਇੱਥੇ ਹੀ ਬੈਠੇ ਹੋਏ ਆ। ਤੇ ਇਹ ਜਥੇ ਦੇ ਵਿੱਚ ਕਿੰਨੇ ਲੋਕ ਸੀ, ਕਿੰਨੇ ਜਣੇ ਆਏ ਸੀ? ਇਹ 3 ਜਣੇ ਹੁੰਦੇ ਆ ਜਥੇ ਦੇ ਵਿੱਚ ਜੀ। ਇਹ 1 ਜਣਾ ਵਾਪਸ ਚਲੇ ਗਿਆ, 2 ਜਣੇ ਨਹੀਂ ਗਏ ਜੀ ਜੀ। ਤਾਂ ਤੁਸੀਂ 1 ਜੁਲਾਈ 2023 ਕਹਿ ਰਹੇ ਹੋ ਕਿ ਇਹਨਾਂ ਦੇ ਵੀਜ਼ੇ ਦੀ ਜਿਹੜੀ ਵੈਲਿਡਿਟੀ ਆ ਖਤਮ ਸੀ, ਵੈਧਤਾ ਖਤਮ ਹੋ ਗਈ ਜੀ। ਤਾਂ ਤੁਹਾਨੂੰ ਕਿਹੜੇ ਦਿਨ ਪਤਾ ਲੱਗਿਆ ਕਿ ਵਾਪਸੀ ਨਹੀਂ ਪਰਤੇ ਇੰਡੀਆ? ਸਾਨੂੰ ਇਸ ਤਰ੍ਹਾਂ ਕਿ ਅਸੀਂ ਕੁਛ ਪਤਾ ਲੱਗ ਰਿਹਾ ਸੀ ਕਿ ਨਹੀਂ ਗਏ, ਪਰ ਜਿੰਨਾ ਚਿਰ ਪੂਰਾ ਕਨਫਰਮ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਕਿਸੇ ਦੀ ਕੰਪਲੇਂਟ ਕਰਨਾ ਵੀ ਠੀਕ ਨਹੀਂ ਨਾ ਹੈਗਾ ਜੀ ਜੀ ਜੀ। ਫਿਰ ਇਹਨਾਂ ਦਾ ਚਲੇ ਗਿਆ ਸੀ ਤੇ ਉਹ ਕਹਿੰਦਾ ਕਿ ਮੈਨੂੰ ਰੈਫਰੈਂਸ ਲੈਟਰ ਚਾਹੀਦੀ ਆ। ਅੱਛਾ, ਤੇਰੇ ਦੂਸਰੇ 2 ਸਾਥੀ ਕਿੱਥੇ? ਕਹਿੰਦਾ ਉਹ ਤਾਂ ਉੱਥੇ ਹੀ ਬੈਠੇ ਆ, ਮੈਂ ਵਿਜ਼ਟਰ ਵੀਜ਼ਾ ਲੈ ਕੇ ਆਉਣਾ ਆ। ਉਹ ਤਬਲਾ ਵਜਾਉਂਦਾ ਸੀ ਤੇ ਮੈਂ ਕਿਹਾ ਵੀ ਤੇਰਾ ਇਹਨੂੰ ਅਸੀਂ ਇੱਕ ਲੈਟਰ ਦਿੰਦੇ ਆ ਜਿਹੜਾ ਹੈਡ ਹੋਵੇ ਜੀ, ਤੈਨੂੰ ਇੰਡੀਵਿਜੂਅਲ ਨੂੰ ਲੈਟਰ ਨਹੀਂ ਦਿੱਤੀ ਜਾਂਦੀ ਗੁਰੂ ਘਰ ਵੱਲੋਂ, ਅਸੀਂ ਜਿਹੜਾ ਧਰਤੀ ਹੋਵੇ ਉਹਨੂੰ ਹੀ ਦਿੰਦੇ ਆ, ਪਰ ਤੁਸੀਂ ਜਿਹੜੇ 2 ਬੰਦੇ ਆ ਉਹ ਵਾਪਸ ਉਹਨਾਂ ਨੂੰ ਆਉਣਾ ਚਾਹੀਦਾ ਆ। ਜਿਹੜੇ ਤੁਸੀਂ ਲੈਟਰ 'ਚ ਜ਼ਿਕਰ ਕੀਤਾ ਜੀ 2 ਨਾਵਾਂ ਦਾ, ਜਰਨੈਲ ਸਿੰਘ ਤੇ ਜਸਕਰਨ ਸਿੰਘ ਅਟਵਾਲ, ਇਹਨਾਂ ਦਾ ਪੰਜਾਬ 'ਚ ਪਿਛੋਕੜ ਕਿਹੜੇ ਜ਼ਿਲ੍ਹੇ ਨਾਲ ਹੈ? ਇਹ ਮੋਗਾ ਜ਼ਿਲ੍ਹਾ ਆ ਪਿੰਡ ਦਾ, ਤੇ ਮੇਰੇ ਹੁਣ ਦਿਮਾਗ 'ਚ ਜੀ ਜੀ ਕਿਹੜਾ ਪਿੰਡ ਆ ਜੀ, ਪਰ ਇਹ ਜ਼ਿਲ੍ਹੇ ਦੇ ਜੀ। ਤਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ, ਜਿਸ ਦੀ ਸੇਵਾ ਸੰਭਾਲ ਹੋਰ ਵੀ ਸੰਗਤ ਕਰਦੀ ਹੋਏਗੀ, ਤੁਹਾਡੇ ਕੋਲੇ ਸੇਵਾ ਕਦੋਂ ਤੋਂ ਹੈ, ਕਦੋਂ ਤੋਂ ਕਰ ਰਹੇ ਹੋ ਤੁਸੀਂ?
ਮੈਂ ਉੱਥੇ ਖਜ਼ਾਨਚੀ ਹਾਂ ਇਸ ਵਕਤ। ਮੈਂ ਅਪ੍ਰੈਲ ਤੋਂ ਵੈਸੇ ਖਜ਼ਾਨਚੀ ਹਾਂ, ਪਰ ਮੈਂ ਲੰਬੇ ਸਮੇਂ ਤੋਂ ਗੁਰੂ ਘਰ ਦੇ ਨਾਲ ਖਜ਼ਾਨਚੀ ਦਾ ਟਾਈਮ ਟੂ ਟਾਈਮ ਸਾਡੇ ਇਸ ਤਰ੍ਹਾਂ ਹੁੰਦਾ ਕਿ 2 ਸਾਲ ਜਾਂ 4 ਸਾਲ ਸੇਵਾ ਕਰ ਸਕਦੇ, ਉਸ ਤੋਂ ਬਾਅਦ ਟਰਮ ਖਤਮ ਹੋ ਜਾਂਦੀ ਆ, ਫਿਰ 1 ਸਾਲ ਬਾਅਦ ਕਰਕੇ ਉਸ ਤੋਂ ਬਾਅਦ। ਪਰ ਮੈਂ ਬਹੁਤ ਦੇਰ ਤੋਂ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਜੀ। ਸੋ ਤਾਂ ਤੁਹਾਨੂੰ ਕੈਨੇਡਾ ਦੀ ਸਰਕਾਰ ਨੂੰ, ਇਮੀਗ੍ਰੇਸ਼ਨ ਨੂੰ ਇਹ ਜਿਹੜੀ ਲੈਟਰ ਲਿਖਣੀ ਪਈ ਹੈ, ਉਹਦੇ ਵਿੱਚ ਤੁਸੀਂ ਲਿਖਿਆ ਹੈ ਅਟੈਂਸ਼ਨ ਇਨਫੋਰਸਮੈਂਟ ਐਂਡ ਵਾਇਓਲੇਸ਼ਨ। ਇਹ ਵਾਇਓਲੇਸ਼ਨ ਜਿਹੜੀ ਹੋਈ ਹੈ, ਤੁਸੀਂ ਜ਼ਰੂਰੀ ਕਿਉਂ ਸਮਝਿਆ ਜਾਣੂ ਕਰਵਾਉਣਾ? ਕੀ ਤੁਹਾਡੇ ਉੱਤੇ ਵੀ ਕੱਲ ਨੂੰ ਕੋਈ ਕਾਰਵਾਈ ਹੋ ਸਕਦੀ ਹੈ? ਸਾਡੇ ਤੇ ਕਾਰਵਾਈ, ਉਹ ਸਾਡੇ ਤੇ ਇੰਡੀਵਿਜੂਅਲ ਪਰਸਨ ਤੇ ਕਾਰਵਾਈ ਨਹੀਂ ਹੋ ਸਕਦੀ। ਉਹ ਕਾਰਵਾਈ ਸਾਡੇ ਤੇ ਇਹੀ ਕਰਦੇ ਨੇ ਕਿ ਗੁਰਦੁਆਰੇ ਦੇ ਜਦੋਂ ਅਸੀਂ ਕੀਰਤਨੀਏ ਬੁਲਾਵਾਂਗੇ, ਉਹ ਸਾਡੇ ਜਥੇ ਨੂੰ ਵੀਜ਼ਾ ਨਹੀਂ ਇਸ਼ੂ ਕਰਨਗੇ। ਜੀ ਜੀ। ਉਹ ਇਹਨਾਂ ਦਾ ਜਥਾ ਉੱਥੇ ਗਿਆ ਸੀ ਤੇ ਵਾਪਸ ਨਹੀਂ ਆਇਆ, ਇਹ ਗਲਤ ਗੱਲ ਹੈਗੀ ਹੈ ਨਾ। ਜੀ ਜੀ ਜੀ। ਤੇ ਇਸ ਤਰ੍ਹਾਂ ਪਹਿਲੀ ਵਾਰੀ ਹੋਇਆ ਜੀ ਉੱਥੇ, ਜਾਂ ਫਿਰ ਅਕਸਰ ਇਸ ਤਰ੍ਹਾਂ ਦਾ ਹੁੰਦਾ ਰਹਿੰਦਾ, ਕੋਈ ਨਾ ਕੋਈ ਜਾਣਕਾਰੀ ਮਿਲਦੀ ਹੈ? ਨਹੀਂ, ਪਹਿਲੀ ਦਫਾ ਤਾਂ ਨਹੀਂ ਹੋਇਆ। ਬਹੁਤ ਦੇਰ ਪਹਿਲੇ, ਆਈ ਥਿੰਕ 10 ਸਾਲ ਪਹਿਲੇ ਹੋਇਆ ਸੀ ਇੱਕ ਵਾਰ। ਜੀ ਜੀ। ਇੱਕ ਉਹ ਢਾਡੀ ਜਥਾ ਸੀ, ਉਹ ਚਲੇ ਗਿਆ ਸੀ ਇਸ ਤਰ੍ਹਾਂ ਹੀ ਜੀ, ਉਹ 4 ਜਾਣੇ। ਪਰ ਤਕਰੀਬਨ ਸਾਡੇ ਜਿਹੜੇ ਅਸੀਂ ਬੰਦੇ ਸੱਦਦੇ ਆ, ਉਹ ਅਸੀਂ ਥਰੂ ਰੈਫਰੈਂਸ ਲੈ ਕੇ ਸੱਦਿਆ ਜਾਂਦਾ ਵੀ ਵਾਪਸ ਜਾਣ। ਸਾਨੂੰ ਇਹੀ ਹੁੰਦਾ ਕਿ ਜਿਹੜਾ ਵੀ ਜਥਾ ਇੱਥੇ ਉਹ ਵਾਪਸ ਜਾਵੇ। ਜੀ ਜੀ। ਤਾਂ ਜੀ ਜੀ ਹੈਗਾ ਕਿ ਜੇ ਉਹਨਾਂ ਦਾ ਜਥਾ ਵਾਪਸ ਨਹੀਂ ਜਾਂਦਾ ਤੇ ਉਹ ਵੀਜ਼ਾ ਉਹਨਾਂ ਨੂੰ ਨੈਕਸਟ ਟਾਈਮ ਨਹੀਂ ਦੇਣਗੇ। ਜੀ ਜੀ ਜੀ। ਤਾਂ ਗੁਰਦੁਆਰਾ ਸਾਹਿਬ ਜਿੱਥੇ ਵੀ ਹੋਣ ਦੁਨੀਆ ਦਾ, ਐਸਾ ਕੋਈ ਕੋਨਾ ਨਹੀਂ ਹੋਏਗਾ ਗੁਰੂ ਘਰ ਜਿੱਥੇ ਸੇਵਾ ਨਹੀਂ ਕਰ ਰਹੇ, ਚਾਹੇ ਉੱਥੇ ਬੇਰੁਜ਼ਗਾਰ ਮਜਬੂਰੀ ਦੇ ਵਿੱਚ ਆਸਰਾ ਲੈਣ ਆਉਣ ਜਾਂ ਕੋਈ ਹੋਰ ਵਿਦੇਸ਼ ਦੀ ਧਰਤੀ 'ਚ, ਸਾਰਿਆਂ ਲਈ ਸੇਵਾ ਖੁੱਲ੍ਹੀ ਰਹਿੰਦੀ ਹੈ। ਤੇ ਇਸ ਦੇ ਦੌਰਾਨ ਤੁਹਾਡਾ ਹੋਰ ਇਸ ਤਰ੍ਹਾਂ ਦਾ ਕੋਈ ਕੌੜਾ ਤਜਰਬਾ ਮਿੱਠਾ ਹੋਇਆ ਹੋਵੇ ਜਿਹਦੇ ਤੋਂ ਤੁਸੀਂ ਸਿੱਖਿਆ ਕਿ ਨਹੀਂ, ਸਾਨੂੰ ਇਸ ਇੱਕ ਪੈਨਲ ਦੇ ਥਰੂ, ਇੱਕ ਚੈਨਲ ਦੇ ਥਰੂ ਜਾਣਾ ਚਾਹੀਦਾ ਤਾਂ ਕਿ ਕੋਈ ਕੱਲ ਨੂੰ ਮੁਸੀਬਤ ਨਾ ਖੜੀ ਹੋ ਜੇ? ਹਾਂਜੀ, ਅਸੀਂ ਅਕੋਰਡਿੰਗ ਟੂ ਕੈਨੇਡੀਅਨ ਲਾਅ ਦੇ ਮੁਤਾਬਿਕ ਹੀ ਬੰਦੇ ਨੂੰ ਬੁਲਾਉਂਦੇ ਆ ਇਮੀਗ੍ਰੇਸ਼ਨ। ਅਸੀਂ ਬੰਦੇ ਨੂੰ ਐਮਪਲੋਈ ਨਹੀਂ ਕਰ ਸਕਦੇ ਹੈਗੇ ਜੀ। ਅੱਜ ਤੱਕ ਪਿਛਲੇ 35-40 ਸਾਲ ਤੋਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਜਿਹੜਾ ਅਸੀਂ ਕਿਸੇ ਨੂੰ ਬੁਲਾਇਆ ਹੋਵੇ। ਜੀ 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 ਜੀ। ਤਾਂ ਇਸ ਸੰਬੰਧੀ ਜਦੋਂ ਕੋਈ ਇੰਟਰਨੈਸ਼ਨਲ ਲੈਵਲ 'ਤੇ ਇਸ ਤਰ੍ਹਾਂ ਦਾ ਕੋਈ, ਵੈਸੇ ਤਾਂ ਇਸ ਗੱਲ ਨੂੰ ਘਟਾ ਕੇ ਵੀ ਨਹੀਂ ਵੇਖਿਆ ਜਾਣਾ ਚਾਹੀਦਾ, ਅਤੇ ਇੰਨੀ ਵੱਡੀ ਜਿਹੜੀ ਹੈਗੀ ਹੈ ਤੁਹਾਡੀ, ਤੁਸੀਂ ਤਾਂ ਹੀ ਜਾਣੂ ਕਰਵਾਇਆ। SGPC ਨਾਲ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਉਸ ਸੰਸਥਾ ਦੇ ਨਾਲ ਵੀ ਤੁਸੀਂ ਕਦੇ ਰਾਬਤਾ ਜਾਂ ਸੁਝਾਅ ਸਾਂਝੇ ਕਰਦੇ ਹੋ ਕਿ ਕਿਵੇਂ ਅਸੀਂ ਬੁਲਾਉਂਦੇ ਹਾਂ ਔਰ ਕਿਹੜੀ ਕਿਸੇ ਮੁਸੀਬਤ 'ਚ ਸਾਹਮਣਾ ਕਰਨਾ ਪੈਂਦਾ, ਉਹਦਾ ਹੱਲ ਕਿਵੇਂ ਕੱਢਿਆ ਜਾਵੇ? ਨਹੀਂ, ਜਿਹੜੇ SGP ਸੰਸਥਾ ਆ ਉਹ ਤਾਂ ਕਈ ਵਾਰ ਸਾਨੂੰ ਉਹਨਾਂ ਨੂੰ ਪੁੱਛਣਾ ਹੁੰਦਾ ਤੇ ਉੱਥੇ ਤਾਂ ਉਹ ਬਹੁਤ ਬਿਜ਼ੀ ਨੇ। ਉਹ ਸਾਡੇ ਕੈਨੇਡਾ ਦੇ ਗੁਰਦੁਆਰਿਆਂ ਨੂੰ ਨਹੀਂ ਸਮਝਦੇ ਹੈਗੇ, ਬਹੁਤ ਲਾਈਟਲੀ ਲੈਂਦੇ ਆ। ਕਦੀ ਨਾ ਉਹਨਾਂ ਨੇ ਫੋਨ ਆਨਸਰ, ਨਾ ਕਦੀ ਉਹਨਾਂ ਲੈਟਰ ਦਾ ਜਵਾਬ ਦਿੱਤਾ। ਸੋ ਉਹ ਤਾਂ ਸੰਸਥਾ ਹੀ ਅਲੱਗ ਹੈਗੀ ਆ। ਸੋ ਉਹਨਾਂ ਬਾਰੇ ਮੈਂ ਉਹਨਾਂ ਦਾ ਜ਼ਿਕਰ ਇਸ ਕਰਕੇ ਇੱਥੇ ਕਰ ਰਿਹਾ ਜੀ ਕਿਉਂਕਿ ਸ਼੍ਰੋਮਣੀ ਸੰਸਥਾ ਹੈ, ਉੱਚ ਸੰਸਥਾ ਹੈ, ਮੁੱਢਲੀ ਰੂਪ ਰੇਖਾ ਸਿੱਖਾਂ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ। ਕਈ ਵਾਰੀ ਸੁਝਾਅ ਮਸ਼ਵਰਾ ਸਾਂਝਾ ਕਰਨਾ ਹੁੰਦਾ, ਇਸ ਕਰਕੇ ਕਿ ਉਹਨਾਂ ਦਾ ਸਹਿਯੋਗ ਕਿੰਨਾ ਰਹਿੰਦਾ ਤੁਹਾਨੂੰ? ਉਹਨਾਂ ਨੇ ਕਦੀ ਅੱਜ ਤੱਕ ਸਾਨੂੰ ਲੈਟਰ ਦਾ ਹੀ ਜਵਾਬ ਨਹੀਂ ਦਿੰਦੇ ਤੇ ਬਾਕੀ ਹੋਰ ਗੱਲਾਂ ਦਾ ਬਹੁਤ ਦੂਰ ਦੀਆਂ। ਜੀ ਜੀ ਜੀ। ਤਾਂ ਇਸ ਤੋਂ ਇਲਾਵਾ ਗੁਰੂ ਘਰਾਂ ਦੇ ਵਿੱਚ ਜਿਹੜੀ ਸੇਵਾ ਸੰਭਾਲ ਹੈ, ਕੋਈ ਹੋਰ ਤਾਂ ਨਹੀਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ, ਜਿਵੇਂ ਇੱਕ ਇਹ ਉਦਾਹਰਨ ਸਾਹਮਣੇ ਆਈ ਹੈ? ਨਹੀਂ, ਹੋਰ ਨਹੀਂ, ਹੋਰ ਤਾਂ ਬਾਕੀ ਬਹੁਤ ਵੈਰੀ ਸਮੂਥ ਹੀ ਚੱਲ ਰਿਹਾ ਹੈਗਾ। ਜੀ ਜੀ। ਤਾਂ ਕਿੰਨੇ ਬੱਚੇ ਆ ਜੀ ਜਿਹੜੇ ਰੂਟੀਨ ਦੇ ਵਿੱਚ ਇੱਥੋਂ ਲਗਾਤਾਰ ਜਾ ਵੀ ਰਹੇ ਆ ਵੱਡੀ ਗਿਣਤੀ ਦੇ ਵਿੱਚ, ਤੇ ਉੱਥੇ ਆਸਰਾ ਲੈਂਦੇ ਆ ਗੁਰੂ ਘਰਾਂ ਦਾ, ਲੰਗਰ ਦੀ ਸੇਵਾ ਹੈ, ਹੋਰ ਸੇਵਾਵਾਂ ਨੇ ਜਿਹੜੀਆਂ ਰਿਹਾਇਸ਼ ਦਾ? ਵਿੱਚ ਬਹੁਤ ਸਾਰੇ ਬੱਚੇ ਆਉਂਦੇ ਇੱਥੇ, ਸਟੂਡੈਂਟ ਆਉਂਦੇ ਆ ਗੁਰੂ ਘਰ ਦੇ ਰੋਜ਼ਾਨਾ ਦੇ ਤੌਰ ਤੇ। ਗੁਰਦੁਆਰਾ ਸਾਹਿਬ ਓਪਨ ਆ ਸੁਬਾਹ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ, 9 ਵਜੇ ਤੱਕ ਓਪਨ ਹੀ ਰਹਿੰਦਾ। ਕੋਈ ਵੀ ਆ ਕੇ ਪ੍ਰਸ਼ਾਦਾ ਪਾਣੀ ਜ਼ਰੂਰਤਮੰਦ ਆ ਕੇ ਛਕ ਸਕਦਾ ਜੀ। ਤੁਸੀਂ ਸਾਡੇ ਗੁਰਦੁਆਰਾ ਸਾਹਿਬ ਦਾ YouTube ਤੇ ਵੀ ਦੇਖ ਸਕਦੇ ਜੇ, ਲਾਈਵ ਪ੍ਰੋਗਰਾਮ ਹੁੰਦਾ ਸੁਬਾਹ ਸ਼ਾਮ ਨੂੰ ਜੀ। ਇਹ ਅਲਬਰਟਾ ਦਾ ਐਡਮਿੰਟਨ ਜਿਹੜਾ ਗੁਰੂ ਘਰ ਹੈ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ, ਇਸ ਦੀ ਸਥਾਪਨਾ ਕਦੋਂ ਕਰ ਦਿੱਤੀ ਗਈ ਸੀ ਉੱਥੇ?
1993 ਦੇ ਵਿੱਚ ਹੋਈ ਸੀ। ਜੀ ਜੀ ਜੀ। ਤਾਂ ਹੋਰ ਤੁਸੀਂ ਖਾਸ ਕਰਕੇ ਜਿਹੜੇ ਭਾਰਤ ਬੈਠੇ ਨੇ, ਪੰਜਾਬ ਬੈਠੇ ਨੇ, ਉਹਨਾਂ ਸੰਗਤਾਂ ਲਈ, ਉਹਨਾਂ ਲੋਕਾਂ ਦੇ ਲਈ ਕੋਈ ਖਾਸ ਗੱਲ ਕਰਨਾ ਚਾਹੋ, ਮਨ ਦਾ ਵਿਚਾਰ ਸਾਂਝਾ ਕਰਨਾ ਚਾਹੋ? ਕਹਾਂਗਾ ਕਿ ਜਿੰਨੇ ਵੀ ਗੁਰਦੁਆਰੇ ਇੱਥੇ ਹੈਗੇ ਨੇ, ਜੇ ਉਹ ਤੁਹਾਨੂੰ ਬੁਲਾਉਂਦੇ ਨੇ ਹੈਜ ਕੀਰਤਨੀ ਹੈ, ਤੁਸੀਂ ਪ੍ਰਚਾਰਕ, ਤੁਸੀਂ ਆਓ ਗੁਰਦੁਆਰੇ ਦੇ। ਜੇ ਜਿੰਨਾ ਵੀ ਤੁਹਾਡੇ ਕੋਲ ਟਾਈਮ ਉਹਨਾਂ ਨੇ ਇਮੀਗ੍ਰੇਸ਼ਨ ਨੇ ਦਿੱਤਾ ਹੁੰਦਾ 6 ਮੰਥ ਵਾਸਤੇ ਜਾਂ 1 ਈਅਰ, ਉਹ ਉਸ ਟਾਈਮ ਦੇ ਦੌਰਾਨ ਤੁਸੀਂ ਉਹਨਾਂ ਕੰਮ ਕਰਕੇ ਤੇ ਵਾਪਸ ਜਾਓ। ਇੱਥੇ ਪੱਕੇ ਉਹ ਹੋਰ ਐਪਲੀਕੇਸ਼ਨ ਡਿਫਰੈਂਟ ਤਰੀਕੇ ਨਾਲ ਤੁਸੀਂ ਲਗਾ ਸਕਦੇ ਜੇ, ਆਪਦੇ ਪਰਿਵਾਰ ਨੂੰ ਪੱਕਾ ਕਰਵਾ ਸਕਦੇ ਜੇ ਰਹਿਣਾ ਹੀ ਆ ਤੇ LMO ਲੈ ਕੇ ਕਿਸੇ। ਪਰ ਇਸ ਤਰ੍ਹਾਂ ਦੌੜਨਾ ਨਹੀਂ ਚਾਹੀਦਾ ਹੈਗਾ। ਉਹ ਪਰੇਸ਼ਾਨੀ ਦਾ ਸਾਹਮਣਾ ਇਹ ਗੁਰਦੁਆਰੇ ਵਾਲਿਆਂ ਨੂੰ ਕਰਨਾ ਪੈਂਦਾ ਆ। ਜੀ ਜੀ। ਤਾਂ ਤੁਸੀਂ ਕੀ ਸਮਝਦੇ ਹੋ, ਅਜਿਹੀ ਇਹੋ ਜਿਹੀ ਕੀ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਜਾਂ ਲਾਲਚ ਵੱਧ ਜਾਂਦੇ ਆ? ਇੱਕ ਤਾਂ ਗੁਰੂ ਘਰ ਦੇ ਵਿੱਚ ਪ੍ਰਚਾਰ ਕਰਨ ਆਉਂਦੇ ਆ, ਪ੍ਰਸਾਰ ਗੁਰਬਾਣੀ ਦਾ, ਗੁਰਬਾਣੀ ਤੇ ਜਿਹਾ ਕੁਛ ਕਹਿੰਦੀ ਨਹੀਂ, ਬੇਈਮਾਨੀ ਕਰਨੀ। ਹਾਂਜੀ, ਉਹੀ ਤਾਂ ਉਹਨਾਂ ਦਾ ਪ੍ਰਚਾਰਕ ਨੇ। ਉਹ ਜਿਹੜੇ ਆਮ ਜਨਤਾ ਕੀ ਸੋਚੇਗੀ ਉਹਨਾਂ ਬਾਰੇ, ਉਹਨਾਂ ਨੂੰ ਸਿਰਫ ਲਾਲਚ ਹੋ ਗਿਆ ਜੀ। ਲਾਲਚ ਵੱਧ ਜਾਂਦਾ ਆ। ਜਿਉਂ ਪਹਿਲੇ ਤਾਂ ਬਹੁਤ ਪਿਆਰ ਨਾਲ, ਬਹੁਤ ਚੰਗੀ ਤਰ੍ਹਾਂ ਰਹਿੰਦੇ ਆ, ਜਦੋਂ ਥੋੜਾ ਜਿਹਾ ਉਹਨਾਂ ਦਾ ਟਾਈਮ ਹੋ ਜਾਂਦਾ ਫਿਰ ਉਹਨਾਂ ਨੂੰ ਇਹੀ ਹੁੰਦਾ ਕਿ ਅਸੀਂ ਠੀਕ ਆ। ਬੰਦਾ ਇੱਥੇ ਮੈਂ ਕਹਿੰਦਾ ਕਿ ਰੁਜ਼ਗਾਰ ਕਰਦਾ ਹੈਗਾ ਆਪਦੇ ਪਰਿਵਾਰ ਵਾਸਤੇ ਵੀ ਸੁਣਦਾ, ਪਰ ਜਿਹੜਾ ਉਹਨਾਂ ਦੀ ਡਿਊਟੀ ਹੈਗੀ ਆ ਉਹ ਉਸ ਮੁਤਾਬਕ ਹੀ ਉਹਨਾਂ ਨੂੰ ਕਰਨੀ ਚਾਹੀਦੀ ਆ। ਉਹ ਤਾਂ ਦੇਖੋ, ਜੇ ਹੁਣ ਇਸ ਤਰ੍ਹਾਂ ਦੌੜਨਾ ਸ਼ੁਰੂ ਕਰ ਦੇਣਗੇ ਤੇ ਬਾਕੀ ਗਿਆਨੀਆਂ ਵਾਸਤੇ ਵੀ ਰੁਕਾਵਟ ਆ ਜਾਏਗੀ। ਉਹ ਆ ਨਹੀਂ। ਸਾਡੇ 2 ਜਥੇ ਇੰਡੀਆ ਵੇਟ ਕਰ ਰਿਹਾ ਜਿਨ੍ਹਾਂ ਨੂੰ ਵੀਜ਼ਾ ਇਸ਼ੂ ਨਹੀਂ ਹੋ ਰਿਹਾ। ਉਹ ਇਹੀ ਵਜ੍ਹਾ ਕਰਕੇ ਨਹੀਂ ਹੋ ਰਿਹਾ। ਕਰਕੇ ਨਹੀਂ ਹੋ ਰਿਹਾ। ਉਹ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਹੈਗਾ। ਇਹ ਰੋਟੇਟ ਦੇ ਨਾਲ ਇਹ ਸਾਰੇ ਜਿੰਨੀ ਟਰਮ ਹੁੰਦੀ ਆ 6 ਮੰਥ ਉਹਦੇ ਵਿੱਚ ਕਰਕੇ ਚਲੇ ਜਾਣ, ਫਿਰ ਦੂਸਰੇ ਬੰਦੇ ਨੂੰ ਮੌਕਾ ਦੇਣ। ਸੋ ਰੂਟੀਨ ਤੁਰੀ ਰਹਿੰਦੀ ਹੈਗੀ। ਮੈਂ ਨਹੀਂ ਕਹਾਂਗਾ ਕਿ ਗੁਰਦੁਆਰੇ ਜਿੰਨੇ ਵੀ ਇੱਥੇ ਹੈਗੇ ਨੇ ਉਹਨਾਂ ਦੇ ਪ੍ਰਚਾਰਕ ਆਉਣ ਤੇ ਵਾਕਆਊਟ ਕਰ ਜਾਣ। ਬਹੁਤ ਮਾੜੀ ਗੱਲ ਹੈ, ਬਹੁਤ ਮੰਦੀ ਗੱਲ ਹੈ ਵੀ ਇਹਨਾਂ ਨੇ ਇਸ ਤਰ੍ਹਾਂ ਕੀਤਾ ਹੈਗਾ। ਇਸ ਤਜਰਬੇ 'ਚ ਇੱਕ ਗੱਲ ਹੋਰ ਸਿਖਾ ਗਏ ਹੋਣੇ ਕਮੇਟੀ ਨੂੰ ਕਿ ਜਦੋਂ ਉਹਨਾਂ ਨੂੰ ਦਾ ਵੀਜ਼ਾ ਖਤਮ ਹੁੰਦਾ ਤੇ ਏਅਰਪੋਰਟ ਤੱਕ ਜਾਂ ਉਹਨਾਂ ਦੀ ਟਿਕਟ ਕਰਾਉਣ ਤੱਕ ਦਾ ਕੰਮ ਵੀ ਫਿਰ ਕਮੇਟੀ ਨੂੰ ਕਰਨਾ ਪੈਣਾ ਕਿ ਕਿਤੇ ਉੱਥੋਂ ਹੀ ਨਾ ਮੁੜੇ ਆਉਣ। ਪ੍ਰੋਬਲਮ ਸਾਡੇ ਇੱਥੇ ਇਹ ਹੈਗੀ ਆ ਕਿ ਬਹੁਤ ਸਾਰੇ ਲੋਕਾਂ ਦਾ ਸੁਝਾਅ ਵੀ ਹੁੰਦਾ ਜੀ ਤੁਸੀਂ ਉਹਨਾਂ ਨੂੰ ਏਅਰਪੋਰਟ ਤੇ ਛੱਡ ਕੇ ਆਓ। ਸਾਡੇ ਡਾਇਰੈਕਟ ਫਲਾਈਟ ਨਹੀਂ ਐਡਮਿੰਟਨ ਤੋਂ ਹੈਗੀ। ਐਡਮਿੰਟਨ ਤੋਂ ਪਹਿਲੇ ਵੈਨਕੂਵਰ ਜਾਣਾ ਪੈਂਦਾ ਜਾਂ ਮੌਂਟਰੀਅਲ ਜਾਣਾ ਪਏਗਾ, ਫਿਰ ਜਾਂ ਟੋਰਾਂਟੋ ਜਾ। 2 ਫਲਾਈਟਾਂ ਚੇਂਜ, ਫਿਰ ਇੰਡੀਆ ਦਿੱਲੀ ਦੀ ਫਲਾਈਟ ਹੁੰਦੀ ਆ। ਤੇ ਇਸ ਕਰਕੇ ਕਮੇਟੀ ਨੂੰ ਵੀ ਸਮੱਸਿਆ ਹੈ। ਹਾਂਜੀ ਹਾਂਜੀ, ਡਾਇਰੈਕਟ ਫਲਾਈਟਾਂ ਨਹੀਂ ਨਾ ਹੈ। ਜੀ ਜੀ। ਤਾਂ ਤੁਸੀਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਜੀ, ਬਹੁਤ ਸ਼ੁਕਰੀਆ। ਤੇ ਸਾਡੀਆਂ ਵੀ ਇਹੀ ਦੁਆਵਾਂ ਤੇ ਸ਼ੁਭ ਕਾਮਨਾਵਾਂ ਨੇ ਕਿ ਸੇਵਾ ਸੰਭਾਲ 'ਚ ਤੁਸੀਂ ਲੱਗੇ ਰਹੋ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ। ਤੁਸੀਂ ਖੁਦ ਸੁਣ ਲਿਆ ਹਰਬੀਰ ਸਿੰਘ ਹੋਰਾਂ ਦੀ ਜ਼ੁਬਾਨੀ ਕਿ ਇਹਨਾਂ ਨੇ ਕੀ ਕੀਤਾ ਤੇ ਕਿਵੇਂ ਬੇਈਮਾਨੀ ਕੀਤੀ। ਇੱਕ ਤਾਂ ਗੁਰਬਾਣੀ ਦਾ ਪ੍ਰਚਾਰ ਕਰਨ ਜਾਣਾ, ਕੀਰਤਨ ਕਰਨੇ ਨੇ, ਪਰ ਦੂਜੇ ਪਾਸੇ ਆਪਣੇ ਲਾਲਚਾਂ ਦੇ ਮਾਰੇ ਇਸ ਤਰ੍ਹਾਂ ਕਰ ਦਿੰਦੇ ਨੇ ਕਈ ਲੋਕ। ਤੇ ਇਸ ਦੇ ਨਾਲ ਪੂਰੇ ਦਾ ਪੂਰਾ ਜਿਹੜਾ ਭਾਈਚਾਰਾ ਹੈ ਉਹ ਚਿੰਤਾ ਦੇ ਵਿੱਚ ਹੋ ਜਾਂਦਾ ਹੈ ਔਰ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਕਈ ਲੋਕ ਜਿਹੜੇ ਵਿਦੇਸ਼ੀ ਨੇ ਖਾਸ ਕਰਕੇ ਉਹ ਵੀ ਗੱਲਾਂ ਕਰਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਅਜਿਹੀਆਂ ਗੱਲਾਂ। 14 ਅਪ੍ਰੈਲ 2022 ਨੂੰ ਗਏ ਸੀ, ਵੀਜ਼ਾ 6 ਮਹੀਨਿਆਂ ਦਾ ਸੀ, ਐਕਸਟੈਂਡ ਕਰਵਾ ਦਿੱਤਾ ਕਮੇਟੀ ਨੇ। ਉਸ ਤੋਂ ਬਾਅਦ ਵੀ ਸਬਰ ਨਹੀਂ ਆਇਆ ਤੇ ਉਹ 1 ਜੁਲਾਈ 2023 ਤੋਂ ਵਾਪਸ ਨਹੀਂ ਪਰਤੇ ਔਰ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਕਿ ਅਸੀਂ ਏਅਰਪੋਰਟ ਤੇ ਵਾਪਸ ਵੀ ਕਿਉਂ ਨਹੀਂ ਛੱਡ ਸਕਦੇ, ਕਿਉਂਕਿ 2 ਫਲਾਈਟਸ ਚੇਂਜ ਕਰਨੀਆਂ ਪੈਂਦੀਆਂ ਨੇ, ਬਦਲਣੀਆਂ ਪੈਂਦੀਆਂ ਨੇ। ਸਿੱਧੀ ਕੋਈ ਫਲਾਈਟ ਇੰਡੀਆ ਨੂੰ ਅਲਬਰਟਾ ਤੋਂ ਆਉਂਦੀ ਨਹੀਂ। ਤਾਂ ਇਹ ਸਾਰਾ ਕਾਰਨ ਸੀ ਜਿਸ ਦੇ ਕਰਕੇ ਸਾਰਾ ਭੰਬਲ ਭੂਸਾ ਪਿਆ ਔਰ ਜਿਹੜਾ ਮੋਗਾ ਦੇ ਨਾਲ ਸੰਬੰਧਿਤ ਇਹ 2 ਕੀਰਤਨੀਏ ਨੇ ਜਿਹੜਾ ਇਹਨਾਂ ਦਾ ਤੀਜਾ ਸਾਥੀ ਸੀ ਉਹ ਤਾਂ ਵਾਪਸ ਪਰਤ ਆਇਆ ਸੀ, ਪਰ ਇਹ 2 ਉੱਥੇ ਦੇ ਉੱਥੇ ਰਹਿ ਗਏ। ਕਮੇਟੀ ਨੂੰ ਬਾਅਦ 'ਚ ਪਤਾ ਲੱਗਿਆ ਤੇ ਫਿਰ ਉਹਨਾਂ ਨੇ ਪੱਤਰ ਲਿਖ ਦਿੱਤਾ ਕਿ ਇਹਨਾਂ ਨੂੰ ਰਿਪੋਰਟ ਕਰਕੇ ਇੰਡੀਆ ਭੇਜ ਦਿਓ। ਤਾਂ ਇਸ ਤਰ੍ਹਾਂ ਕਿਉਂ ਹੋ ਜਾਂਦਾ, ਕਿਵੇਂ ਹੋ ਜਾਂਦਾ, ਅਜਿਹੇ ਮਸਲਿਆਂ ਬਾਰੇ ਤੁਹਾਡਾ ਕੀ ਸੋਚਣਾ, ਤੁਹਾਡੇ ਕੀ ਵਿਚਾਰ ਨੇ ਉਹ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ।